कामा रहाओ। राम गोबिंद जपिंदिया हुआ मुख पवित्र। हर जस सुनिए जिस ते सोई भाई मित्र। सब पदार्थ सब फला सर्ब गुणा जिस माहे। क्यों गोबिंद मनो विसारिया जिस सिमरत दुख जाहे। जिस लड़ लग्या जीविया भवजल पाइए पार। मिल साधु संग उदार होए मुख उजल दरबार। जीवन रूप गोपाल जस संत जना की रास। नानक उबरे नाम जप दर सच्चै शाबास। जीवन रूप गोपाल जस संत जना की रास। नानक उबरे नाम जप दर सच्चै शाबास। वाहिगुरु जी का खालसा वाहिगुरु जी की फतेह। पतित पावन भगत वत्सल गरीब नवाज सतगुरु गुरु ग्रंथ साहिब सच्चे पातशाह जी दी पावन पवित्र मुकद्दस हजूरी विच जुड़ बैठ अते टीवी इंटरनेट के माध्यम के राही देशां विदेशां दे अंदर घरां विच बैठ करके पावन अस्थान गुरुद्वारा बाबा जोरावर सिंह बाबा फतेह सिंह जी फतेह नगर नवी दिल्ली तो सिद्धे प्रसारण दे राही पवित्र गुरबाणी दे कीर्तन नूं सरवण करके अपने जीवन दीयां अमोलक घड़ियां नूं सफल बना रहे गुरु सवारियो। सतगुरां दी महान किरपा दे सदका गुरु के चरनां नाल जुड़न दा सुभागा समा मिलिया है। आओ जिस तरह आप जी बड़े प्यार सहित पावन बाणी दा कीर्तन सरवण करके लाहा लै रहे सी, कुछ समा होर इसे ही तरह बड़े प्रेम एकाग्रता नाल जुड़ के पावन बाणी दी चल रही लड़ीवार शब्द विचार नूं सरवण करिए। आओ विचार अधीन शब्द जिस दा मूल पाठ आप जी ने सरवण कीता है, पावन शब्द दे विचार सांझे करन तो पहला
ਸਰਬੱਤ ਸੰਗਤਾਂ ਦਾਸਰੇ ਨੂੰ ਅਸੀਸ ਬਖਸ਼ੋ। ਗੁਰੂ ਚਰਨਾਂ ਵਿੱਚ ਸੀਸ ਝੁਕਾਉਂਦਿਆਂ ਸਾਰੇ ਹੀ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਅੱਜ ਦਾ ਵਿਚਾਰ ਅਧੀਨ ਪਾਵਨ ਸ਼ਬਦ ਗੌੜੀ ਮਾਝ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 218 ਦੇ ਉੱਪਰ ਸੁਭਾਇਮਾਨ ਹੈ। ਪ੍ਰਤੱਖ ਹਰ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਬਚਨ ਗੌੜੀ ਮਾਝ ਮਹਿਲਾ ਪੰਜਵਾਂ। ਹਰ ਰਾਮ 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 ਰਾਮਾ ਜਪ ਪੂਰਨ ਹੋਏ ਕਾਮਾ। ਰਹਾਓ। ਇਸ ਪਾਵਨ ਸ਼ਬਦ ਦੇ ਰਾਹੀਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਪਰਮੇਸ਼ਰ ਦੀ ਬੰਦਗੀ ਕਰਨ ਵਾਲਿਆਂ ਦੇ ਉੱਪਰ ਕਿਸ ਤਰ੍ਹਾਂ ਪਰਮੇਸ਼ਰ ਦੀ ਕਿਰਪਾ ਵਰਸਦੀ ਹੈ ਉਹਦਾ ਜ਼ਿਕਰ ਹਜ਼ੂਰ ਨੇ ਕੀਤਾ ਹੈ। ਤੇ ਪਰਮੇਸ਼ਰ ਦੀ ਬੰਦਗੀ ਵਿੱਚ ਲੱਗੇ ਹੋਇਆਂ ਜੀਵਾਂ ਦੇ ਕਾਰਜ ਕਿਵੇਂ ਵਾਹਿਗੁਰੂ ਰਾਸ ਕਰ ਦਿੰਦਾ ਹੈ, ਕਿਵੇਂ ਉਹਨਾਂ ਵਡਭਾਗੇ ਜੀਵਾਂ ਨੂੰ ਭਵਜਲ ਸਾਗਰ ਤੋਂ ਵਾਹਿਗੁਰੂ ਆਪ ਪਾਰ ਲਾਉਂਦਾ ਹੈ, ਇਹਦਾ ਜ਼ਿਕਰ ਵੀ ਪਾਵਨ ਸ਼ਬਦ ਦੇ ਅੰਦਰ ਕੀਤਾ ਹੈ। ਰਹਾਉ ਦੇ ਬੰਦ ਵਿੱਚ ਮਹਾਰਾਜ ਕਿਰਪਾ ਕਰ ਰਹੇ ਨੇ। ਹਰ ਰਾਮ 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 ਰਾਮਾ ਜਪ ਪੂਰਨ ਹੋਏ ਕਾਮਾ। ਹੇ ਭਾਈ, ਹਰੀ ਰਾਮ ਇਹ ਸਾਰੇ ਪਰਮੇਸ਼ਰ ਦੇ ਨਾਮ ਨੇ। ਤੇ ਮੈਂ ਆਰੰਭ ਵਿੱਚ ਹੀ ਬੇਨਤੀ ਕਰ ਦੇਣੀ ਚਾਹੁੰਦਾ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪਰਮੇਸ਼ਰ ਦੇ ਜਿੰਨੇ ਵੀ ਪ੍ਰਚਲਿਤ ਨਾਮ ਹਨ ਸੰਸਾਰ ਦੇ ਅੰਦਰ, ਉਹ ਸਾਰੇ ਹੀ ਹਜ਼ੂਰ ਨੇ ਵਰਤੇ ਨੇ। ਕਿਉਂਕਿ ਇੱਥੇ ਕਿਸੇ ਨਾਮ ਦੇ ਨਾਲ ਕੋਈ ਵਿਤਕਰਾ ਨਹੀਂ। ਜਿਸ ਤਰ੍ਹਾਂ ਪਾਣੀ ਨੂੰ ਕੋਈ ਜਲ ਵੀ ਕਹਿ ਸਕਦਾ ਹੈ, ਕੋਈ ਨੀਰ ਕਹਿ ਸਕਦਾ ਹੈ, ਕੋਈ ਆਬ ਕਹਿ ਦਿੰਦਾ, ਕੋਈ ਵਾਟਰ ਕਹਿ ਦਿੰਦਾ ਏ। ਪਰ ਪਾਣੀ ਜਿਹੜਾ ਹੈ ਉਹਨੂੰ ਵਾਟਰ ਕਹਿਣ ਦੇ ਨਾਲ ਪਾਣੀ ਨਹੀਂ ਬਦਲਦਾ, ਜਲ ਕਹਿਣ ਨਾਲ ਵੀ ਉਹਨੇ ਉਹੀ ਰਹਿਣਾ ਹੈ। ਨਾਂ ਵੱਖਰੇ ਵੱਖਰੇ ਹੋ ਸਕਦੇ ਨੇ ਲੇਕਿਨ ਮੂਲ ਇੱਕ ਹੀ ਹੈ। ਸੂਰਜ ਨੂੰ ਕੋਈ ਰਵੀ ਕਹਿ ਦਿੰਦਾ ਹੈ, ਕੋਈ ਸੰਨਵੇਂ ਕਹਿ ਦਿੰਦਾ, ਕੋਈ ਭਾਣ ਕਹਿ ਦਿੰਦਾ, ਕੋਈ ਖੁਰਸ਼ੀਦ ਕਹਿ ਦਿੰਦਾ, ਕੋਈ ਆਫਤਾਬ ਕਹਿ ਦਿੰਦਾ, ਕੋਈ ਸੂਰਜ ਕਹਿ ਦਿੰਦਾ ਏ। ਸੂਰਜ ਨਹੀਂ ਬਦਲਦਾ, ਨਾਮ ਵੱਖਰੇ ਵੱਖਰੇ ਹੋ ਸਕਦੇ ਨੇ ਪਰ ਸੂਰਜ ਇੱਕ ਹੀ ਹੈ। ਇਸੇ ਤਰ੍ਹਾਂ ਇਹ ਵਿਚਾਰ ਬੜੀ ਸਮਝਣ ਵਾਲੀ ਹੈ, ਜਿਸ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਓੰਕਾਰ ਕਹਿ ਕੇ ਸੰਬੋਧਨ ਕੀਤਾ। ਉਹਦੇ ਬੇਅੰਤ ਨਾਮ ਸੰਸਾਰ ਦੇ ਵਿੱਚ ਪ੍ਰਚਲਿਤ ਹਨ ਤੇ ਸਤਿਗੁਰੂ ਨੇ ਸਾਰੇ ਨਾਮ ਬਾਣੀ ਦੇ ਵਿੱਚ ਦਰਜ ਕੀਤੇ ਨੇ। ਪਿਛਲੇ ਦਿਨੀ ਇਸ ਗੱਲ ਤੇ ਬੜਾ ਵਿਵਾਦ ਚੱਲਿਆ ਕਿ ਰਾਮ ਸ਼ਬਦ ਬਾਣੀ ਵਿੱਚ ਆਇਆ। ਕਈ ਲੋਕ ਜਿਹੜੇ ਸਨ ਉਹਨਾਂ ਨੇ ਇਸ ਸ਼ਬਦ ਦੇ ਅਰਥ ਆਪਣੇ ਢੰਗ ਨਾਲ ਕਰਨੇ ਸ਼ੁਰੂ ਕਰ ਦਿੱਤੇ। ਰਾਮ ਸ਼ਬਦ ਪਰਮੇਸ਼ਰ ਵਾਸਤੇ ਆਇਆ। ਰਾਮ ਦਾ ਅਰਥ ਸਾਰੀਆਂ ਥਾਵਾਂ ਤੇ ਰਮਿਆ ਹੋਇਆ। ਤੇ ਦੂਸਰਾ ਹਿੰਦੁਸਤਾਨ ਦੇ ਅੰਦਰ ਅਵਤਾਰੀ ਪੁਰਸ਼ ਰਾਮ ਵਾਸਤੇ ਵੀ ਰਾਮ ਸਾਹਿਬ ਜੀ ਨੇ ਸਾਡਾ
ਭਗਤ ਕਬੀਰ ਸਾਹਿਬ ਦੇ 2 ਸ਼ਲੋਕ ਆਪਾਂ ਪੜ੍ਹਦੇ ਹਾਂ। ਕਬੀਰ RAM ਕਹਿਨ ਮੈਂ ਭੇਦ ਹੈ, ਤਾ ਮੈਂ ਏਕ ਵਿਚਾਰ, ਸੋਈ RAM ਸਭੇ ਕਹੈ ਸੋਈ ਕੌਤਕ ਹਾਰ। ਭਗਤ ਕਬੀਰ ਸਾਹਿਬ ਕਹਿੰਦੇ RAM ਦਾ ਨਾਮ ਤਾਂ ਸਾਰੇ ਲੈਂਦੇ ਨੇ, ਪਰ ਇੱਕ ਭੇਦ ਵੀ ਹੈ ਜਿਹੜਾ ਸਮਝਣ ਵਾਲਾ ਹੈ। ਸੋਈ RAM ਸਭੇ ਕਹੈ, ਇੱਕ ਉਹ RAM ਜਿਹੜਾ ਸਾਰੀ ਸ੍ਰਿਸ਼ਟੀ ਵਿੱਚ ਰਮਿਆ ਹੋਇਆ ਤੇ ਜਿਹਨੂੰ ਸਾਰੀ ਖਲਕਤ ਚੇਤੇ ਕਰਦੀ ਹੈ, ਵਾਹਿਗੁਰੂ ਪਰਮੇਸ਼ਰ। ਇੱਕ ਉਹ RAM ਜਿਹੜਾ ਦਸ਼ਰਥ ਦਾ ਪੁੱਤਰ ਹੈ ਤੇ ਜਿਹਨੂੰ ਰਾਸ ਧਾਰੀਏ, ਨਾਟਕ ਕਰਨ ਵਾਲੇ, ਰਾਮ ਲੀਲਾ ਕਰਨ ਵਾਲੇ ਉਹਦਾ ਨਾਮ ਲੈ ਰਹੇ ਨੇ। ਸੋਈ RAM ਸਭੇ ਕਹੈ ਸੋਈ ਕੌਤਕ ਹਾਰ। ਫਿਰ ਅਗਲੇ ਸ਼ਲੋਕ ਵਿੱਚ ਕਹਿੰਦੇ ਨੇ, ਕਬੀਰ ਰਾਮੇ RAM ਕਹੋ ਕਹਿਬੇ ਮਾਹੇ ਬਵੇਕ। ਕਹਿੰਦੇ RAM RAM ਮੁਖੋਂ ਕਹਿਣਾ ਚਾਹੀਦਾ ਏ, ਪਰ ਇੱਥੇ ਬੜੀ ਵਿਚਾਰ ਵਾਲੀ ਗੱਲ ਹੈ, ਕਿਹੜੇ RAM ਨੂੰ ਜਪੀਏ। ਉਹਨਾਂ ਨੇ ਨਿਚੋੜ ਕੱਢ ਕੇ ਸਾਡੇ ਸਾਹਮਣੇ ਰੱਖਿਆ ਹੈ। ਕਬੀਰ ਰਾਮੇ RAM ਕਹੋ ਕਹਿਬੇ ਮਾਹੇ ਬਵੇਕ। ਕਹਿੰਦੇ ਇੱਥੇ ਬੜਾ ਧਿਆਨ ਦੇਣ ਦੀ ਲੋੜ ਹੈ। ਕਹਿੰਦੇ ਇੱਕ RAM ਤਾਂ ਉਹ ਹੈ ਜਿਹੜਾ ਕਣ ਕਣ ਵਿੱਚ ਰਮਿਆ ਹੋਇਆ, ਤੇ ਇੱਕ RAM ਜਿਹੜਾ ਹੈ ਉਹ ਸਰੀਰ ਧਾਰਨ ਕਰਕੇ ਆਇਆ, ਸਮੇਂ ਨਾਲ ਚਲਿਆ ਗਿਆ। ਕਬੀਰ ਰਾਮੇ RAM ਕਹੋ ਕਹਿਬੇ ਮਹਿ ਵਿਵੇਕ, ਏਕ ਅਨੇਕੇ ਮਿਲ ਗਿਆ, ਏਕ ਸਮਾਨਾ ਏਕ। ਇੱਕ RAM ਤਾਂ ਉਹ ਹੈ ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ, ਅਕਾਲ ਪੁਰਖ ਵਾਹਿਗੁਰੂ। ਤੇ ਇੱਕ RAM ਉਹ ਜਿਹੜਾ ਦਸ਼ਰਥ ਦਾ ਪੁੱਤਰ, ਜਿਹੜਾ ਸਰੀਰ ਧਾਰ ਕੇ ਆਇਆ ਤੇ ਸਮੇਂ ਨਾਲ ਚਲਿਆ ਗਿਆ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਉਸ RAM ਨੂੰ ਸਿਮਰੀਏ ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ। ਸਭੈ ਘਟ RAM ਬੋਲੇ, ਰਾਮਾ ਬੋਲੇ, RAM ਬਿਨਾ ਕੋ ਬੋਲੇ ਰੇ। ਇਸ ਕਰਕੇ ਮੈਂ ਇਹ ਬੇਨਤੀ ਆਰੰਭ ਵਿੱਚ ਹੀ ਕਰ ਦਿੱਤੀ ਹੈ ਕਿ RAM ਸ਼ਬਦ ਬਾਰੇ ਸਾਡੇ ਮਨ ਵਿੱਚ ਕਿਸੇ ਤਰ੍ਹਾਂ ਦਾ ਭੁਲੇਖਾ ਨਹੀਂ ਰਹਿਣਾ ਚਾਹੀਦਾ। ਹੁਣ ਵੇਖੋ, RAM ਸ਼ਬਦ ਵੀ ਵਰਤਿਆ ਹੈ ਤੇ ਨਾਲ ਹਰੀ ਸ਼ਬਦ ਵਰਤਿਆ ਹੈ। ਇਹ ਸਾਰੇ ਨਾਮ ਨੇ। ਅਗਲੀ ਪੰਕਤੀ ਵਿੱਚ ਮਹਾਰਾਜ ਨੇ ਗੋਬਿੰਦ ਸ਼ਬਦ ਵੀ ਵਰਤਿਆ। RAM ਗੋਬਿੰਦ ਇਕੱਠੇ 2 ਸ਼ਬਦ। ਇਸ ਪਹਿਲੀ ਪੰਕਤੀ ਦੇ ਅੰਦਰ RAM ਦੇ ਨਾਲ ਹਰੀ ਸ਼ਬਦ ਵੀ ਵਰਤਿਆ ਹੈ। ਕਹਿਣ ਤੋਂ ਭਾਵ ਕਿ ਇਹ ਪਰਮੇਸ਼ਰ ਦੇ ਹੀ ਸਾਰੇ ਨਾਮ ਨੇ। ਤੇ ਗੁਰੂ ਪਾਤਸ਼ਾਹ ਨੇ ਸਾਰੇ ਨਾਵਾਂ ਨੂੰ ਵਡਿਆਈ ਦਿੰਦਿਆਂ ਹੋਇਆਂ ਇਹ ਆਖਿਆ, ਬਲਿਹਾਰੀ ਜਾਓ ਜੇਤੇ ਤੇਰੇ ਨਾਮ ਹੈ। ਮਹਾਰਾਜ ਮੈਂ ਤੇਰੇ ਸਾਰੇ ਨਾਮਾਂ ਤੋਂ ਬਲਿਹਾਰੇ ਜਾਂਦਾ ਹਾਂ। ਕੋਈ ਤੈਨੂੰ ਬੀਠੁਲ ਕਹਿ ਕੇ ਯਾਦ ਕਰਦਾ ਹੈ, ਕੋਈ ਤੈਨੂੰ RAM ਕਹਿ ਕੇ ਯਾਦ ਕਰਦਾ, ਹਰੀ ਕਹਿ ਕੇ ਯਾਦ ਕਰਦਾ, ਕੋਈ ਗੋਪਾਲ ਕਹਿ ਰਿਹਾ ਹੈ, ਗੋਬਿੰਦ ਕਹਿ ਰਿਹਾ ਹੈ, ਕਿਸੇ ਵੀ ਨਾਮ ਨਾਲ ਯਾਦ ਕਰ ਰਿਹਾ ਹੈ। ਸਤਿਗੁਰੂ ਨੇ ਸਾਰਿਆਂ ਨੂੰ ਮਾਨ ਦਿੱਤਾ। ਹਰ ਰਾਮ 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 ਰਾਮਾ, ਜਪ ਪੂਰਨ ਹੋਏ ਕੰਮ। ਹਰੀ RAM ਨੂੰ ਸਿਮਰਦਿਆਂ, ਪਰਮੇਸ਼ਰ ਨੂੰ ਜਪਦਿਆਂ ਹੋਇਆਂ ਗੁਰੂ ਸਾਹਿਬ ਕਹਿੰਦੇ ਸਾਡੇ ਸਾਰੇ ਕੰਮ ਜਿਹੜੇ ਨੇ ਸਫਲ ਹੋ ਜਾਂਦੇ ਨੇ। ਜਪ ਪੂਰਨ ਹੋਏ ਕੰਮ। ਸਾਡੇ ਕੰਮ ਜਿਹੜੇ ਨੇ ਸਫਲ ਹੁੰਦੇ, ਕਾਰਜ ਜਿਹੜੇ ਰਾਸ ਹੋ ਜਾਂਦੇ ਨੇ। ਹੁਣ ਸਭ ਤੋਂ ਵੱਡਾ ਕਾਰਜ ਕੀ ਹੈ? ਜਾ ਕਉ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੇ ਬਸੇਰਾ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏਗੋ ਫੇਰਾ। ਸਭ ਤੋਂ ਵੱਡਾ ਕਾਰਜ ਸਾਡਾ ਇਹ ਹੈ, ਜ਼ਿੰਦਗੀ ਦਾ ਮਨੋਰਥ, ਕਿ ਇਹ ਜ਼ਿੰਦਗੀ ਹੀ ਉਹਦੀ ਬੰਦਗੀ ਵਾਸਤੇ ਮਿਲੀ ਹੈ। ਉਹਨੂੰ ਜਪ ਜਪ ਕੇ ਉਹਦੇ ਵਿੱਚ ਲੀਨ ਹੋਣਾ, ਇਹ ਜ਼ਿੰਦਗੀ ਦਾ ਮਨੋਰਥ ਹੈ। ਤੇ ਸਤਿਗੁਰੂ ਕਹਿੰਦੇ ਬੰਦਗੀ ਵਿੱਚ ਜੁੜੀਏ ਤੇ ਸਭ ਤੋਂ ਵੱਡਾ ਕਾਰਜ ਸਾਡਾ ਜ਼ਿੰਦਗੀ ਜਿਹੜੀ ਹੈ ਸਫਲ ਹੋ ਜਾਏਗੀ, ਮਨੁੱਖਾ ਜੀਵਨ ਸਫਲ ਹੋ ਜਾਏਗਾ। ਤੇ ਬੰਦਗੀ ਕਰਨ ਵਾਲਿਆਂ ਦੇ ਕਾਰਜ ਵੀ ਵਾਹਿਗੁਰੂ ਫਿਰ ਆਪ ਹੀ ਰਾਸ ਕਰ ਦਿੰਦਾ ਹੈ, ਆਪ ਹੀ। ਬੜੀਆਂ ਉਦਾਹਰਨਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਮਿਲਦੀਆਂ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੀਆਂ ਉਦਾਹਰਨਾਂ ਦਿੱਤੀਆਂ ਕਿ ਬੰਦਗੀ ਕਰਿਆਂ ਕਾਰਜ ਰਾਸ ਹੁੰਦੇ ਨੇ।
ਬੰਦਗੀ ਕਰਨ ਵਾਲਿਆਂ ਦੀ ਪੈਜ ਪਰਮੇਸ਼ਰ ਆਪ ਰੱਖਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਦਰ 15 ਭਗਤਾਂ ਦੀ ਬਾਣੀ ਮੌਜੂਦ ਹੈ। ਇਹਨਾਂ 15 ਭਗਤਾਂ ਦੇ ਵਿੱਚੋਂ ਇੱਕ ਭਗਤ ਹਨ ਭਗਤ ਸੈਣ ਜੀ, ਜਿਹੜੇ ਨਾਈ ਸਨ, ਜਿਨ੍ਹਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀਤਾ ਹੈ। ਗੁਰੂ ਅਰਜਨ ਸਾਹਿਬ ਜੀ ਨੇ ਕਿ ਕਿਵੇਂ ਭਗਤ ਇੱਕ ਦੂਸਰੇ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਭਗਤੀ ਵਾਲੇ ਪਾਸੇ ਲੱਗੇ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰੂ ਹੋਇਓ ਲਖੀਣਾ, ਬੁਣਨਾ ਤਣਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਪਇਓ ਗੁਣੀ ਗਹੀਰਾ, ਰਵਿਦਾਸ ਢੋਂਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਹੁਣ ਭਗਤ ਸੈਣ ਜੀ ਜਿਹੜੇ ਨਿੱਕੇ ਨਿੱਕੇ ਕੰਮ ਲੋਕਾਂ ਦੇ ਜਾ ਕੇ ਕਰਦੇ ਸਨ ਘਰ ਦੇ ਅੰਦਰ, ਜਦੋਂ ਭਗਤ ਕਬੀਰ ਸਾਹਿਬ ਜੀ ਤੋਂ ਪ੍ਰੇਰਨਾ ਲੈ ਕੇ ਉਹ ਭਗਤੀ ਭਾਵ ਦੇ ਵਿੱਚ ਜੁੜੇ ਨਾ, ਤੇ ਗੁਰੂ ਸਾਹਿਬ ਕਹਿੰਦੇ ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ। ਹਰ ਘਰ ਦੇ ਵਿੱਚ ਭਗਤ ਸੈਣ ਦੀ ਚਰਚਾ ਹੋਣ ਲੱਗ ਪਈ। ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ, ਉਹਦੀ ਗਿਣਤੀ ਸਾਧ ਸੰਗਤ ਭਗਤਾਂ ਦੇ ਵਿੱਚ ਹੋਣ ਲੱਗੀ। ਤੇ ਭਾਈ ਗੁਰਦਾਸ ਜੀ ਨੇ ਆਪਣੀ 10ਵੀਂ ਵਾਰ ਦੇ ਅੰਦਰ ਰੱਬ ਦੇ ਪਿਆਰੇ ਭਗਤਾਂ ਦੀ ਜਦੋਂ ਗੱਲ ਕੀਤੀ ਤੇ ਭਗਤ ਸੈਣ ਦਾ ਵਿਸ਼ੇਸ਼ ਉਹਨਾਂ ਨੇ ਜ਼ਿਕਰ ਕੀਤਾ। ਇੱਕ ਘਟਨਾ ਉਹਨਾਂ ਦੀ ਜ਼ਿੰਦਗੀ ਦੀ, ਜਿਹਦੇ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਪਰਮੇਸ਼ਰ ਆਪਣੇ ਭਗਤਾਂ ਦੀ ਪੈਜ ਕਿਵੇਂ ਰੱਖਦਾ ਹੈ, ਆਪਣੇ ਭਗਤਾਂ ਨੂੰ ਵਡਿਆਈਆਂ ਕਿਵੇਂ ਦਿੰਦਾ ਹੈ, ਆਪਣੇ ਭਗਤਾਂ ਦਾ ਮਾਣ ਕਿਵੇਂ ਵੱਡਾ ਕਰਦਾ ਹੈ ਪਰਮੇਸ਼ਰ। ਬਹੁਤ ਪਿਆਰਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ। ਭਾਈ ਗੁਰਦਾਸ ਜੀ ਕਹਿੰਦੇ ਨੇ ਕਬੀਰ ਸਾਹਿਬ ਤੋਂ ਪ੍ਰਭਾਵਿਤ ਹੋ ਕੇ ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਆ ਸੈਣ ਨਾਈ। ਕਹਿੰਦੇ ਕਬੀਰ ਸਾਹਿਬ ਤੋਂ ਪ੍ਰਭਾਵਿਤ ਹੋ ਕੇ ਨਾ ਭਗਤ ਸੈਣ ਜੀ ਵੀ ਭਗਤੀ ਭਾਵ ਦੇ ਵਿੱਚ ਜੁੜ ਗਏ। ਪ੍ਰੇਮ ਭਗਤ ਰਾਤੀ ਕਰੈ ਭਲਕੈ ਰਾਜ ਦੁਆਰੈ ਜਾਈ। ਹੁਣ ਭਗਤੀ ਦਾ ਬੜਾ ਚਾਅ ਮਨ ਦੇ ਅੰਦਰ, ਤੇ ਰਾਤ ਨੂੰ ਵੀ ਬੰਦਗੀ ਕਰਨੀ, ਦਿਨੇ ਕਿਰਤਕਾਰ ਕਰਦਿਆਂ ਬੰਦਗੀ ਵਿੱਚ ਜੁੜੇ ਰਹਿਣਾ। ਭਲਕੇ ਰਾਜ ਦੁਆਰੇ ਜਾਈ, ਭਲਕੇ ਤੋਂ ਭਾਵ ਅੰਮ੍ਰਿਤ ਵੇਲੇ। ਕਹਿੰਦੇ ਅੰਮ੍ਰਿਤ ਵੇਲੇ ਰਾਜੇ ਦੇ ਦਰਬਾਰ ਵਿੱਚ ਜਾਣਾ ਭਗਤ ਸੈਣ ਜੀ ਨੇ, ਤੇ ਰਾਜੇ ਦੀ ਜਾ ਕੇ ਮੁੱਠੀ ਚਾਬੀ ਕਰਨੀ, ਮਾਸ਼ ਆਦਿ ਕਰਨੀ। ਕਹਿੰਦੇ ਇਹ ਕੰਮ ਜਿਹੜਾ ਭਗਤ ਸੈਣ ਜੀ ਰੋਜ਼ਾਨਾ ਕਰਿਆ ਕਰਦੇ ਸਨ। ਪਰ ਇੱਕ ਦਿਨ ਕੀ ਹੋਇਆ, ਬਹੁਤ ਸਾਰੇ ਰੱਬ ਦੇ ਪਿਆਰੇ ਗੁਰਮੁਖ ਸਤ ਸੰਗੀ ਇਕੱਠੇ ਹੋ ਕੇ ਆ ਗਏ। ਸਾਰੇ ਬੈਠ ਕੇ ਪਰਮੇਸ਼ਰ ਦੀ ਬੰਦਗੀ ਵਿੱਚ ਜੁੜ ਗਏ। ਆਏ ਸੰਤ ਪਰਾਉਣੇ ਕੀਰਤਨ ਹੋਆ ਰੈਣ ਸਬਾਈ। ਕਹਿੰਦੇ ਗੁਰਮੁਖ ਪਿਆਰੇ ਆ ਕੇ ਬੈਠੇ, ਰੱਬ ਦੀ ਬੰਦਗੀ ਵਿੱਚ ਜੁੜੇ, ਤੇ ਪੂਰੀ ਰਾਤ ਹੀ ਬਤੀਤ ਹੋ ਗਈ। ਆਏ ਸੰਤ ਪਰਾਉਣੇ ਕੀਰਤਨ ਹੋਆ ਰੈਣ ਸਬਾਈ। ਕਹਿੰਦੇ ਕੀਰਤਨ ਦੇ ਵਿੱਚ ਜੁੜਿਆਂ, ਬੰਦਗੀ ਵਿੱਚ ਜੁੜਿਆਂ ਰਾਤ ਲੰਘ ਗਈ, ਦਿਨ ਚੜ ਗਿਆ। ਛੱਡ ਨਾ ਸਕੈ ਸੰਤ ਜਨ ਰਾਜ ਦੁਆਰ ਨਾ ਸੇਵਕ ਮਾਈ। ਕਹਿੰਦੇ ਭਗਤ ਜੀ ਬੜੇ ਪ੍ਰੇਮ ਨਾਲ ਆਏ, ਗੁਰਮੁਖਾਂ ਦੀ ਸੇਵਾ ਕਰ ਰਹੇ ਨੇ, ਉਹਨਾਂ ਨੂੰ ਪੱਖਾ ਝੱਲਦੇ ਨੇ, ਉਹਨਾਂ ਦਾ ਪ੍ਰਸ਼ਾਦਾ ਪਾਣੀ ਦਾ ਇੰਤਜ਼ਾਮ ਕਰਦੇ ਨੇ, ਉਹਨਾਂ ਦੀ ਸੇਵਾ ਵਿੱਚ ਲੱਗੇ ਹੋਏ ਨੇ। ਤੇ ਉਹਨਾਂ ਦੀ ਸੇਵਾ ਵਿੱਚ ਲੱਗਿਆਂ ਉਹ ਸਮਾਂ ਲੰਘ ਗਿਆ ਜਦੋਂ ਜਾ ਕੇ ਰਾਜੇ ਦੀ ਸੇਵਾ ਕਰਨੀ ਸੀ। ਛੱਡ ਨਾ ਸਕੇ ਸੰਤ ਜਨ ਰਾਜ ਦੁਆਰ ਨਾ ਸੇਵਕ ਮਾਈ। ਹੁਣ ਉਸ ਵੇਲੇ ਜਦੋਂ ਭਗਤ ਪਰਮੇਸ਼ਰ ਦੀ ਬੰਦਗੀ ਵਿੱਚ ਜੁੜਿਆ ਤੇ ਗੁਰਮੁਖਾਂ ਦੀ ਸੇਵਾ ਵਿੱਚ ਲੱਗਿਆ ਹੋਇਆ, ਵੇਖੋ ਪਰਮੇਸ਼ਰ ਨੇ ਫਿਰ ਆਪਣੇ ਭਗਤ ਦੀ ਪੈਜ ਆਪ ਰੱਖੀ।
ਸੈਣ ਰੂਪ ਹਰ ਜਾਏ ਕੈ ਆਇਆ ਰਾਣੇ ਨੂੰ ਰਿਝਾਈ। ਕਹਿੰਦੇ ਪਰਮੇਸ਼ਰ ਆਪ ਭਗਤ ਸੈਣ ਦਾ ਰੂਪ ਧਾਰਨ ਕਰਕੇ ਤੇ ਰਾਜੇ ਦੀ ਟਹਿਲ ਸੇਵਾ ਕਰਕੇ ਆਇਆ। ਕਹਿੰਦੇ ਇੱਧਰ ਭਗਤ ਜੀ ਨੇ ਹੁਣ ਵੇਖਿਆ ਦਿਨ ਚੜ ਗਿਆ ਹੈ। ਸੰਤ ਜਨਾਂ ਨੂੰ ਵਿਦਾ ਕਰ ਰਾਜ ਦੁਆਰ ਗਿਆ ਸ਼ਰਮਾਈ। ਕਹਿੰਦੇ ਜਦੋਂ ਦਿਨ ਚੰਗਾ ਚੜ ਗਿਆ ਨਾ ਤੇ ਸਾਰੇ ਜਿਹੜੇ ਗੁਰਮੁਖ ਪਿਆਰੇ ਆਏ ਸਨ ਉਹਨਾਂ ਨੂੰ ਵਿਦਾ ਕਰਕੇ ਤੇ ਜਦੋਂ ਭਗਤ ਨੇ ਵੇਖਿਆ ਕਿ ਮੈਂ ਤੇ ਜਾ ਕੇ ਅੰਮ੍ਰਿਤ ਵੇਲੇ ਰਾਜੇ ਦੀ ਮੁੱਠੀ ਚਾਬੀ ਕਰਨੀ ਸੀ, ਮਾਲਿਸ਼ ਆਦਿ ਕਰਨੀ ਸੀ ਤੇ ਮੈਂ ਤੇ ਬੜਾ ਲੇਟ ਹੋ ਗਿਆ, ਹੁਣ ਜਾਵਾਂਗਾ ਤੇ ਰਾਜਾ ਬਹੁਤ ਬੁਰਾ ਭਲਾ ਬੋਲੇਗਾ। ਕਹਿੰਦੇ ਮਨ ਦੇ ਅੰਦਰ ਤੌਖਲਾ ਵੀ ਹੈ। ਰਾਜ ਦੁਆਰ ਗਿਆ ਸ਼ਰਮਾਈ, ਸ਼ਰਮਾਇਆ ਹੋਇਆ, ਮਨ ਵਿੱਚ ਥੋੜੀ ਜਿਹੀ ਘਬਰਾਹਟ ਵੀ ਹੈ ਕਿ ਰਾਜਾ ਪਤਾ ਨਹੀਂ ਕੀ ਆਖੇਗਾ। ਕਹਿੰਦੇ ਕਾਹਲੀ ਕਾਹਲੀ ਜਦੋਂ ਭਗਤ ਸੈਣ ਜੀ ਰਾਜ ਦੁਆਰ ਪਹੁੰਚੇ ਨਾ ਤਾਂ ਕੀ ਹੋਇਆ, ਰਾਜੇ ਦੂਰੋਂ ਸੱਦ ਕੇ ਗਲੋਂ ਕਵਾਏ ਖੋਲ ਪਹਿਨਾਈ। ਕਹਿੰਦੇ ਰਾਜਾ ਅੱਜ ਇੰਨਾ ਪ੍ਰਸੰਨ ਹੈ, ਖੁਸ਼ ਹੈ। ਜਦੋਂ ਭਗਤ ਜੀ ਨੂੰ ਦੂਰੋਂ ਵੇਖਿਆ ਨਾ ਕਹਿੰਦੇ ਛੇਤੀ ਛੇਤੀ ਆ ਮੇਰੇ ਕੋਲ ਤੇ ਆਪਣਾ ਕੀਮਤੀ ਚੋਲਾ, ਆਪਣੀ ਕੀਮਤੀ ਪੁਸ਼ਾਕ ਜਿਹੜੀ ਸੀ ਨਾ ਉਹ ਰਾਜੇ ਨੇ ਆਪਣੇ ਗਲੋਂ ਲਾਹ ਕੇ ਉਹ ਕੀਮਤੀ ਪੁਸ਼ਾਕ ਭਗਤ ਨੂੰ ਪਵਾ ਦਿੱਤੀ। ਤੇ ਭਗਤ ਜੀ ਬੜੇ ਹੈਰਾਨ ਨੇ ਕਿ ਮੈਂ ਤਾਂ ਅੱਜ ਸੇਵਾ ਵਾਸਤੇ ਆ ਨਹੀਂ ਸਕਿਆ, ਮੈਂ ਤੇ ਡਰ ਰਿਹਾ ਸਾਂ ਕਿ ਰਾਜਾ ਪਤਾ ਨਹੀਂ ਕੀ ਬੋਲੇਗਾ, ਪਰ ਰਾਜਾ ਅੱਜ ਬੜਾ ਪ੍ਰਸੰਨ ਹੈ। ਹੁਣ ਰਾਜੇ ਨੇ ਆਖਿਆ ਵਸ ਕੀਤਾ ਹਾਂ ਤੁਧ ਨੂੰ, ਬੋਲੇ ਰਾਜ ਸੁਣੇ ਲੋਕਾਈ। ਤੇ ਰਾਜਾ ਪਤਾ ਕੀ ਕਹਿੰਦਾ ਭਗਤ ਸੈਣ ਨੂੰ, ਕਹਿੰਦਾ ਭਗਤ ਜੀ ਜਿਹੜੀ ਤੁਸੀਂ ਅੱਜ ਸੇਵਾ ਕੀਤੀ ਹੈ ਨਾ, ਜਿਹੜੀ ਤੁਸੀਂ ਅੱਜ ਮੁੱਠੀ ਚਾਬੀ ਤੇ ਮਾਲਿਸ਼ ਕੀਤੀ ਹੈ, ਸੱਚ ਜਾਣਿਓ ਮੇਰੇ ਸਾਰੇ ਦੁੱਖ ਹੀ ਕੱਟੇ ਗਏ ਨੇ। ਇਸ ਕਰਕੇ ਤੁਸੀਂ ਤੇ ਮੈਨੂੰ ਅੱਜ ਵਸ ਵਿੱਚ ਕਰ ਲਿਆ ਹੈ। ਮੈਂ ਪ੍ਰਸੰਨ ਹੋ ਕੇ ਤੁਹਾਨੂੰ ਇਹ ਕੀਮਤੀ ਪੁਸ਼ਾਕ ਭੇਟ ਕੀਤੀ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ ਇਹ ਕੌਤਕ ਪਰਮੇਸ਼ਰ ਨੇ ਵਰਤਾਇਆ ਆਪਣੇ ਭਗਤਾਂ ਦੀ ਪੈਜ ਰੱਖਣ ਵਾਸਤੇ, ਜਸ ਪ੍ਰਗਟ ਕਰਨ ਵਾਸਤੇ। ਪ੍ਰਗਟ ਕਰੇ ਭਗਤ ਵਡਿਆਈ, ਆਪਣੇ ਭਗਤਾਂ ਦੀ ਵਡਿਆਈ ਪਰਮੇਸ਼ਰ ਇਉਂ ਪ੍ਰਗਟ ਕਰ ਦਿੰਦਾ ਹੈ, ਇਉਂ ਉਹਨਾਂ ਨੂੰ ਮਾਣ ਦਿੰਦਾ ਹੈ। ਇੱਥੇ ਵੀ ਮਹਾਰਾਜ ਕਿਰਪਾ ਕਰ ਰਹੇ ਨੇ। ਜਪ ਪੂਰਨ ਹੋਏ ਕੰਮ, ਕਹਿੰਦੇ ਉਹਦੀ ਬੰਦਗੀ ਵਿੱਚ ਜੁੜੀਏ ਤੇ ਭਰੋਸੇ ਨਾਲ, ਭਰੋਸਾ ਵੀ ਹੋਣਾ ਚਾਹੀਦਾ, ਭਰੋਸੇ ਨਾਲ ਉਹਦੀ ਬੰਦਗੀ ਵਿੱਚ ਜੁੜੀਏ ਤੇ ਉਹ ਸਾਰੇ ਕਾਰਜ ਫਿਰ ਆਪ ਹੀ ਸਵਾਰ ਦਿੰਦਾ ਹੈ। ਸਾਰੇ ਕਾਰਜਾਂ ਵਿੱਚ ਆਪ ਹੀ ਸਹਾਈ ਹੁੰਦਾ ਹੈ। ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਭਏ ਰਾਸ, ਕਰਤਾਰਪੁਰ ਕਰਤਾ ਵਸੈ ਸੰਤਨ ਕੇ ਪਾਸ। ਵਿਗਣ ਨਾ ਕੋਉ ਲਾਗਤਾ ਗੁਰ ਪੈ ਅਰਦਾਸ। ਜਿਹੜੇ ਭਰੋਸੇ ਨਾਲ ਅਰਦਾਸ ਕਰਦੇ ਨੇ, ਭਰੋਸਾ ਰੱਖਦੇ ਨੇ, ਉਹਨਾਂ ਦੇ ਕਾਰਜ ਵਾਹਿਗੁਰੂ ਆਪ ਹੀ ਰਾਸ ਕਰਦਾ, ਕੋਈ ਵਿਗਣ ਨਹੀਂ ਲੱਗਦਾ ਕਾਰਜਾਂ ਦੇ ਅੰਦਰ। ਅੱਗੇ ਮਹਾਰਾਜ ਫਿਰ ਕਿਰਪਾ ਕਰਦੇ, ਰਾਮ ਗੋਬਿੰਦ ਜਪੇਂਦਿਆ ਹੋਆ ਮੁਖ ਪਵਿੱਤਰ। ਕਹਿੰਦੇ ਰਾਮ ਨੂੰ, ਗੋਬਿੰਦ ਨੂੰ ਹੁਣ ਦੋ ਨਾਮ ਇਕੱਠੇ ਵਰਤੇ ਨੇ ਇੱਥੇ ਸਤਿਗੁਰੂ ਨੇ, ਤਾਂ ਕਿ ਸਾਡੇ ਮਨ ਵਿੱਚ ਕੋਈ ਭੁਲੇਖਾ ਨਾ ਰਹੇ। ਗੱਲ ਇੱਕ ਅਕਾਲ ਪੁਰਖ ਦੀ ਹੋ ਰਹੀ ਹੈ, ਪਰਮੇਸ਼ਰ ਦੀ ਹੋ ਰਹੀ ਹੈ। ਕਹਿੰਦੇ ਰਸਨਾ ਦੇ ਨਾਲ ਗੋਬਿੰਦ ਨੂੰ, ਰਾਮ ਨੂੰ, ਵਾਹਿਗੁਰੂ ਨੂੰ ਜਪੀਏ ਤਾਂ ਮੁਖ ਪਵਿੱਤਰ ਹੋ ਜਾਂਦਾ ਹੈ। ਇਸ ਕਰਕੇ ਕਦੇ ਵੀ ਦੇਰੀ ਨਾ ਕਰਿਆ ਕਰੋ, ਸਦਾ ਹੀ ਪਰਮੇਸ਼ਰ ਨੂੰ ਸਿਮਰਦੇ ਰਹੋ। ਸਾਡਾ ਮੁਖ ਉਜਲਾ ਹੋਏਗਾ, ਪਵਿੱਤਰ ਹੋਏਗਾ। ਤੇ ਬਾਬਾ ਫਰੀਦ ਸਾਹਿਬ ਜੀ ਉਹ ਆਪਣੇ ਸ਼ਲੋਕਾਂ ਦੇ ਵਿੱਚ ਕਹਿੰਦੇ ਨੇ, ਕਹਿੰਦੇ ਉਹਨਾਂ ਮਨੁੱਖਾਂ ਦੇ ਮੁਖ ਬੜੇ ਡਰਾਉਣੇ ਨੇ। ਮਹਾਰਾਜ ਕਿਹਨਾਂ ਦੇ? ਕਹਿੰਦੇ ਜਿਨ੍ਹਾਂ ਨੂੰ ਪਰਮੇਸ਼ਰ ਭੁੱਲਿਆ ਹੋਇਆ ਹੈ। ਫਰੀਦਾ
ਤਿੰਨਾ ਮੁਖ ਡਰਾਵਣੇ ਜਿਨ੍ਹਾਂ ਵਿਸਾਰਿਓਣ ਨਾਉ, ਜਿਨ੍ਹਾਂ ਨੂੰ ਖਸਮ ਵਿਸਰ ਗਿਆ। ਬਾਬਾ ਫਰੀਦ ਸਾਹਿਬ ਕਹਿੰਦੇ ਉਹਨਾਂ ਦੇ ਮੁਖ ਬੜੇ ਡਰਾਉਣੇ ਨੇ, ਉਹਨਾਂ ਦੇ ਮੁਖ ਪਵਿੱਤਰ ਨਹੀਂ, ਉਜਲੇ ਨਹੀਂ, ਸਗੋਂ ਡਰਾਉਣੇ ਨੇ। ਬੜਾ ਭਿਆਨਕ ਰੂਪ ਧਾਰਨ ਕਰਕੇ ਉਹ ਲੋਕ ਬੈਠੇ ਹੋਏ ਨੇ, ਭਾਵੇਂ ਬਾਹਰੋਂ ਵੇਖਣ ਨੂੰ ਬੜੇ ਚੰਗੇ ਲੱਗਣ, ਬੜਾ ਮੇਕਅਪ ਕੀਤਾ ਹੋਏਗਾ, ਪਰ ਬਾਬਾ ਜੀ ਕਹਿੰਦੇ ਉਹਨਾਂ ਦੇ ਮੁਖ ਡਰਾਵਣੇ ਨੇ। ਫਰੀਦਾ ਤਿੰਨਾ ਮੁਖ ਡਰਾਵਣੇ ਜਿਨ੍ਹਾਂ ਵਸਾਰਿਓਣ ਨਾਉ, ਐਥੈ ਦੁੱਖ ਘਨੇਰਿਆ। ਠੌਰ ਨਾ ਠਾਉ। ਕਹਿੰਦੇ ਸੰਸਾਰ ਵਿੱਚ ਵੀ ਦੁਖੀ ਹੋਣਗੇ ਤੇ ਅੱਗੇ ਪਰਮੇਸ਼ਰ ਦੇ ਚਰਨਾਂ ਵਿੱਚ ਵੀ ਥਾਂ ਨਹੀਂ ਮਿਲਣੀ। ਜਿਨ੍ਹਾਂ ਨੂੰ ਨਾਮ ਭੁੱਲਿਆ ਹੋਇਆ, ਜਿਨ੍ਹਾਂ ਨੂੰ ਖਸਮ ਵਿਸਰ ਗਿਆ, ਉਹਨਾਂ ਦੇ ਮੁਖ ਬੜੇ ਡਰਾਉਣੇ ਨੇ। ਜਿਨ੍ਹਾਂ ਨੂੰ ਚੇਤੇ ਹੈ ਉਹਨਾਂ ਦੇ ਮੁਖ ਉਜਲੇ ਨੇ। ਜਿਹੜੇ ਰਸਨਾ ਦੇ ਨਾਲ ਜਪਦੇ ਨੇ ਉਹਨਾਂ ਦੇ ਮੁਖ ਪਵਿੱਤਰ ਹੋ ਜਾਂਦੇ ਨੇ। ਇਸ ਕਰਕੇ ਸਤਿਗੁਰੂ ਦੀ ਕਿਰਪਾ ਸਦਕਾ ਸਦਾ ਹੀ ਵਾਹਿਗੁਰੂ ਨੂੰ ਸਿਮਰਦੇ ਰਹਿਣਾ ਚਾਹੀਦਾ ਹੈ। ਜਪੋ ਤਾਂ ਏਕੋ ਨਾਮਾ, ਅਵਰ ਨਰਾਫਲ ਕਾਮਾ। ਸਦਾ ਸਿਮਰਦੇ ਰਹੀਏ। ਹਜੂਰ ਤੇ ਸਾਸ ਗਰਾਸ ਸਿਮਰਨ ਦੀ ਗੱਲ ਕਰਦੇ ਨੇ। ਸਾਹ ਲੈਂਦਿਆਂ ਵੀ ਸਿਮਰ, ਮਾਰਗ ਤੇ ਚਲਦਿਆਂ ਵੀ, ਪ੍ਰਸ਼ਾਦਾ ਪਾਣੀ ਛਕਦਿਆਂ ਵੀ ਸਿਮਰਿਆ ਕਰ। ਤਿਆਸਾ ਕੀ ਵਾਰ ਦੇ ਵਿੱਚ ਆਪਾਂ ਹੁਣੇ ਬਚਨ ਸਰਵਨ ਕੀਤੇ ਨੇ। ਕਹਿੰਦੇ ਭੋਜਨ ਬੜਾ ਪਵਿੱਤਰ ਹੈ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ। ਅੰਨ ਹੈ, ਘਿਓ ਹੈ, ਪਾਣੀ ਤੇ ਲੂਣ ਹੈ, ਅੱਗ ਹੈ। ਇਹ ਸਾਰੀਆਂ ਚੀਜ਼ਾਂ ਦੇ ਮਿਲਾਪ ਦੇ ਨਾਲ ਭੋਜਨ ਤਿਆਰ ਕਰਦੇ ਆ ਤੇ ਭੋਜਨ ਥਾਲ ਦੇ ਵਿੱਚ ਪਰੋਸਿਆ ਹੁੰਦਾ, ਬੜਾ ਪਵਿੱਤਰ ਹੈ। ਪਰ ਜਦੋਂ ਉਹਦਾ ਸੰਬੰਧ ਸਾਡੇ ਸਰੀਰ ਦੇ ਨਾਲ ਬਣ ਜਾਂਦਾ ਏ, ਉਸ ਭੋਜਨ ਦਾ ਸੰਬੰਧ ਸਾਡੇ ਸਰੀਰ ਨਾਲ ਬਣਿਆ ਤੇ ਸਰੀਰ ਨੇ ਕੁਝ ਘੰਟਿਆਂ ਦੇ ਵਿੱਚ ਉਸ ਭੋਜਨ ਨੂੰ ਗੰਦਗੀ ਵਿੱਚ ਤਬਦੀਲ ਕਰ ਦਿੱਤਾ। ਉਹ ਗੰਦਗੀ ਨੂੰ ਵੇਖ ਕੇ ਲੋਕ ਥੁੱਕਾਂ ਸੁੱਟਦੇ ਨੇ, ਉਧਰ ਵੇਖਣਾ ਨਹੀਂ ਚਾਹੁੰਦੇ। ਤੇ ਗੁਰੂ ਨਾਨਕ ਸਾਹਿਬ ਨੇ ਇੱਥੇ ਜਿਹੜਾ ਖਿਆਲ ਦਿੱਤਾ ਹੈ ਬੜਾ ਕਮਾਲ ਦਾ, ਬੜਾ ਸਮਝਣ ਵਾਲਾ। ਕਹਿੰਦੇ ਸਾਰੀਆਂ ਪਵਿੱਤਰ ਚੀਜ਼ਾਂ ਤੋਂ ਤਿਆਰ ਭੋਜਨ ਛਕ ਲਿਆ ਬੰਦੇ ਨੇ, ਸਰੀਰ ਨਾਲ ਸੰਬੰਧ ਬਣਿਆ, ਸਰੀਰ ਨੇ ਉਸ ਭੋਜਨ ਨੂੰ ਗੰਦਗੀ ਵਿੱਚ ਤਬਦੀਲ ਕਰ ਦਿੱਤਾ। ਉਹ ਗੰਦਗੀ ਨੂੰ ਵੇਖ ਕੇ ਲੋਕ ਥੁੱਕਾਂ ਸੁੱਟ ਰਹੇ ਨੇ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਥੁੱਕਾਂ ਗੰਦਗੀ ਤੇ ਨਹੀਂ ਪੈ ਰਹੀਆਂ, ਅਸਲ ਵਿੱਚ ਉਸ ਮਨੁੱਖ ਦੇ ਮੂੰਹ ਤੇ ਪੈਂਦੀਆਂ ਨੇ ਜਿਹੜੇ ਬੰਦਗੀ ਤੋਂ ਬਗੈਰ ਭੋਜਨ ਦਾ ਰਸ ਲੈਂਦੇ ਨੇ, ਪਰ ਪਰਮੇਸ਼ਰ ਨੂੰ ਚੇਤੇ ਨਹੀਂ ਕਰਦੇ, ਚੇਤੇ ਨਹੀਂ ਕਰਦੇ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ। ਪਾਪੀ ਸਿਉ ਤਨ ਗੱਡਿਆ, ਥੁੱਕਾਂ ਪਈਆਂ ਤਿੱਤ। ਜਿਤ ਮੁਖ ਨਾਮ ਨਾ ਊਚਰੇ, ਬਿਨ ਨਾਮ ਮੇਰਾ ਸਿਖਾਹੇ। ਨਾਨਕ ਕਿਵੇਂ ਜਾਣੀਏ ਤਿਤ ਮੁਖ ਥੁੱਕਾਂ ਪਾਹੇ। ਇਸ ਕਰਕੇ ਬੰਦਗੀ ਤੋਂ ਬਗੈਰ ਭੋਜਨ ਛਕ ਲੈਣਾ, ਉਹਦਾ ਸ਼ੁਕਰ ਨਾ ਕਰਨਾ। ਮਹਾਰਾਜ ਕਹਿੰਦੇ ਗੰਦਗੀ ਤੇ ਥੁੱਕਾਂ ਨਹੀਂ, ਤੇਰੇ ਮੂੰਹ ਤੇ ਥੁੱਕਾਂ ਪੈਂਦੀਆਂ ਨੇ। ਇਸ ਕਰਕੇ ਭੋਜਨ ਛਕਣ ਲੱਗੇ ਵੀ ਉਹਦਾ ਸ਼ੁਕਰ ਕਰੀਏ, ਸ਼ੁਕਰ ਕਰੀਏ ਉਹਦਾ। ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੇਂ ਗੋਬਿੰਦ ਕੇਰੇ ਰਾਮ। ਉਹ ਰਸਨਾ ਵੀ ਧਨ ਹੋ ਜਾਂਦੀ ਹੈ ਤੇ ਸਰਵਣ ਭਲੇ ਸ਼ੋਭਨੀਕ ਹੈ ਮੇਰੀ ਜਿੰਦੜੀਏ। ਮਹਾਰਾਜ ਕਹਿੰਦੇ ਕੰਨ ਵੀ ਪਵਿੱਤਰ ਨੇ, ਜਿਹੜੇ ਪਰਮੇਸ਼ਰ ਦੀ ਸਿਫਤ ਸਲਾਹ ਦੀ ਬਾਣੀ ਸੁਣਦੇ ਨੇ। ਇਸ ਕਰਕੇ ਹਜੂਰ ਨੇ ਕਿਰਪਾ ਕੀਤੀ, ਰਾਮ ਗੋਬਿੰਦ ਜਪੇਂਦਿਆਂ ਹੋਆ ਮੁਖ ਪਵਿੱਤਰ। ਕਹਿੰਦੇ ਤੇਰਾ ਮੁਖ ਪਵਿੱਤਰ ਹੋ ਜਾਏਗਾ ਜਦੋਂ ਰਸਨਾ ਦੇ ਨਾਲ ਵਾਹਿਗੁਰੂ ਨੂੰ ਸਿਮਰੇਗਾ। ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ। ਇੱਥੇ ਪਰਿਭਾਸ਼ਾ ਦਿੱਤੀ ਕਿ ਸਾਡੇ ਮਿੱਤਰ ਕੌਣ ਹਨ, ਸਾਡੇ ਭਰਾ ਕੌਣ ਹਨ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇੱਕ ਹੋਰ ਥਾਂ ਤੇ ਵੀ ਹਜੂਰ ਨੇ ਇਹ ਪਰਿਭਾਸ਼ਾ ਦਿੱਤੀ ਹੈ ਕਿ ਸਾਡੇ ਅਸਲੀ ਮਿੱਤਰ ਕੌਣ ਹਨ। ਵੈਸੇ ਤੇ ਬੰਦਾ ਕਹਿੰਦਾ ਮੇਰੇ ਹਜ਼ਾਰਾਂ ਮਿੱਤਰ ਨੇ,
पर गुरु साहब कहते एक परख की कसवट्टी ला के वेखी, फिर पता लगेगा कि असली मित्र कौन हन। जिन्हां दसंदड़ियां दुरमत वंझै, मित्र असाडड़े सेई, हौं टुंडेंदी जग सबाया, जन नानक विरले केई। एक कसवट्टी है परख दी। हजूर कहन लगे, जिन्हां दे दर्शन कीतियां तेरी खोटी मत नास हो जाए, समझ लई ओही तेरे सच्चे मित्र हन। बस इको नुकता ध्यान विच रखण वाला है। सेई प्यारे मेल, जिन्हां मिलिया तेरा नाम चित आवे, बस वही साडे मित्र ने। जिन्हां नूं मिलदियां वाहिगुरू दा चेता आ जाए, गुरु दा चेता आ जाए। इत्थे भी महाराज कृपा कर रहे ने, हर जस सुणीए जिस ते सोई भाई मित्र। जिहदे कोलों परमेश्वर दी वडियाई, परमेश्वर दा जस सुणीए, ओही साडा सच्चा मित्र है, ओही साडा भरा है। इत्थे होर भी बड़ा प्यारा नुकता है, जिहदे कोलों परमेश्वर दा जस सुन रहे हैं, वो साडा भरा ते मित्र है। हुण आपां सारे बैठे हाँ, गुरसिखां इको प्यार, गुरमितां पुत्तां भाईयां, साडा सारियां दा आपस विच भैण भरावां वाला प्यार है। पर असीं की कीता, जिहड़ा कथा कर रहा, जिहड़ा कीर्तन करदा है, असीं उहनूं ब्रह्म ज्ञानी ते संत कहना शुरू कर दिता। ਉਹਦੇ ਵਿੱਚ भी हौमे आ गई कि सच्ची मुच्ची मैनू लोग ब्रह्म ज्ञानी कहते ने, मैनू लोग संत कहना शुरू कर दिता है, ते मैं हुण दुनिया तो वखरा ही हाँ। ये हौमे असीं भर दित्ती, पर बाणी ने किते भी नहीं लिखिया। बाणी ते ये कहती कि आपां सारे भैण भरा हाँ। भावें कोई कथा सुनने वाला है, भावें कोई कथा करने वाला है, अपना सारियां दा नाता भैणां भरावां वाला है। ये गल समझण वाली बड़ी। इस करके कदे भी ये असीं ख्याल ना करिए कि फलाना बंदा कीर्तन कर रहा है, कथा कर रहा है, ते असीं उहनूं बहुत वड्डियां उपाधियां दे नाल जदों सन्मानित करन लग पैने, ते किते ना किते साडे वर्गियां विच भी हौमे आ जांदी है कि सच्ची मुच्ची असीं ते हुण संगत नालों उच्चे हो गए हैं, दुनिया नालों वड्डे हो गए हैं। पर इत्थे सतगुरु ने आख्या साडा नाता भैणा भरावां वाला, असीं सारे आपस विच भैण भरा हाँ। तो महाराज कहंदे, जिस दे कोलों हरि दा जस सुणीए, कोई साडा भाई ते मित्र है। सब पदार्थ सब फलां, सर्ब गुणा जिस माहे। परमेश्वर की बंदगी करिया कहंदे सारे ही फल, सारे सुख प्राप्त हुंदे ने। जिस वाहिगुरू दे सिमरन दे विच सारे फल ने, सारे गुण हन। क्यों गोबिंद मनो विसारीऐ, जिस सिमरत दुख जाहे। कहंदे भाई क्यों, क्यों दा मतलब काहदे लई? उस गोबिंद नूं क्यों विसारदे हो, उस परमेश्वर नूं क्यों भुलाउंदे हो, जिस दा सिमरन कीतियां सारे दुख जिहड़े ने कट्टे जांदे ने। कल दा शब्द भी आपां विचारिया सी, दुख भंजन तेरा नाम जी, दुख भंजन तेरा नाम। परमेश्वर दा नाम ही दुखां नूं भन्नण वाला है, नाम है दुखां नूं भन्नण वाला। इस तरह सुखमणी साहिब दे विच भी आउंदा, सुखमणी सुख अमृत प्रभ नाम। सुखां दी मणी की है? परमेश्वर दा नाम। ते उहदा वासा किथे है? भगत जना कै मन विश्राम। नाम दा वासा भगतां दे मन विच है। इसे तरह नाम ही दुखां नूं दूर करन वाला, नाम ही सुखां दी मणी है। होर कोई चीज जिहड़ी है साडे दुख दूर नहीं कर सकदी, कोई चीज साडे दुख नहीं मिटा सकदी। ते मैं भी बेनती करां, गुरु ग्रंथ साहिब दे विचों ਵੱਖ-ਵੱਖ ਥਾਵਾਂ ਤੋਂ ਸ਼ਬਦ ਇਕੱਤਰ ਕਰਕੇ ਗੁਟਕਾ ਤਿਆਰ ਕੀਤਾ, ਉਹਦਾ ਨਾਮ ਰੱਖਿਆ ਦੁੱਖ ਭੰਜਨੀ। ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦੁੱਖ ਭੰਜਨੀ ਸਿਰਲੇਖ ਹੇਠ ਕੋਈ ਸਪੈਸ਼ਲ ਬਾਣੀ ਦਰਜ ਨਹੀਂ ਕੀਤੀ ਹਜੂਰ ਨੇ, ਪਰ ਇਹ ਸਾਨੂੰ ਸਮਝਣਾ ਪਵੇਗਾ। ਸਮੁੱਚੀ ਬਾਣੀ ਪੜ੍ਹਿਆ, परमेश्वर की इबादत में जुड़िया साडे जीवन में सुख मिलने। समुची बाणी सुख देने वाली है, समुची बाणी। ये नहीं कि कोई खास शब्द पढ़िया सुख मिलेगा। ये नुकता असीं मन विच पक्का करना है।
कि सारी बाणी ही सुख देने वाली है। सारी बाणी, ये नहीं कोई खास शब्द, कोई खास बाणी, क्योंकि अज इस चक्कर में असीं फस चुके हाँ। सारी बाणी नूं ही महाराज ने वडियाई दिती है। वाह वाह बाणी निरंकार है, तिस जे वड अवर न कोई। समुची बाणी ही सुख देण वाली है। इस करके असीं कदे ये ख्याल ना मन विच लियाईए कि कोई खास शब्द पढ़ांगे तो दुख दूर होणगे, कोई खास तरह का शब्द पढ़ांगे तो घर विच आ चीज मिलेगी। नहीं, सारी बाणी ही परमेश्वर का रूप है। सारी बाणी ही तुर की बाणी है। सारी बाणी ही सुख देण वाली है। इत्थे महाराज ने कृपा कीती, कहंदे जिस परमेश्वर का सिमरन कीतियां दुख दूर हुंदे ने, उस नूं कदे भी विसारना नहीं चाहिए। जिस लड़ लग्या जीवीए भवजल पईए पार, मिल साधु संग उदार होए मुख उजल दरबार। जिस दे लड़ लग्या आत्मिक जीवन की प्राप्ति हुंदी है। जिस परमेश्वर का पल्ला फड़िया भवजल सागर तो पार हो जाईदा है। मिल साधु संग उधार होए मुख उजल दरबार। कहंदे गुरु की कृपा सदका उस परमेश्वर के चरणों नाल सदा जुड़े रहना चाहिए है। परमेश्वर के घर गया मान मिलेगा, उजला मुख लैके जावांगे। जीवन रूप गोपाल जस संत जना की रास। नानक उबरे नाम जप दर सच्चा शाबास। रब दे प्यारे बंदगी करन वाले, परमेश्वर की बंदगी, परमेश्वर की वडियाई विच जुड़ना, परमेश्वर का जस करना, इहो ही भगतां दा असली जीवन है। इहो ही भगतां दी असली रास ते पूंजी है। भगतां नूं होर कोई आसरा नहीं, केवल बंदगी दा आसरा है। ते महाराज कहंदे इसे दे सदका ओ परमेश्वर इस भवजल सागर दे विच डुੱਬਣ तो बच जाते ने। उन्हां दा उद्धार हुंदा है। ते नाम जपदियां होइयां इस संसार दे विच भी शोभा उन्हां नूं मिलदी है। दर सच्चे शाबाश, परमेश्वर दे दर घरों भी उन्हां नूं शाबाशी मिलदी है। शाबाशी मान मिलता है। सो जेकर असीं भी इस संसार भवजल विच डुੱਬਣ तो बचना चाहुंदे हां, असीं भी चाहुंदे मालक दे घर जाके सानू मान मिले। ते बाबा फरीद साहब दे बचन पक्के कर लईए। फरीदा जन्नी कमी नाहे गुण, ते कमड़े विसार। मत शर्मिंदा थीवई साईं दे दरबार। असीं भी बंदगी दा खैर मंगीए, तेरी पनाह खुदाए तू बख्शंदगी। शेख फरीद खैर दीजै बंदगी, ते फिर गुरु दी मेहर वरतेगी। जिन्नी नाम ध्याया गए मशक्कत काल, नानक ते मुख उजले केती छुट्टी नाल। जिन्हां ने नाम जपिया, किरत कीती, वंड के छकिया, गुरु दी मेहर सदका वो मनुख अपना जीवन सफला करके संसार तो जाते ने। इस संसार दे विच भी उन्हां दी शोभा हुंदी है। परमेश्वर के घर भी जाके मान मिलता है। आओ गुरु के चरणों में इहो ही अरदास करिए। गुरा एक दे बुझाई, सबना जियां का एक दाता। सो मैं विसर न जाई। इन्नियां बेनतियां प्रवान करनियां जी। विचारां करदियां एक नहीं अनेक भुल्लां हो जांदियां ने। समर्थ सतगुरु अते संगत बख्शण योग है। बख्श लेना। गज के फतेह बुलाओ। वाहे गुरु जी का खालसा, वाहे गुरु जी की फतेह। BR ਰਿਕਾਰਡਸ ਦਾ ਧਾਰਮਿਕ ਉਪਰਾਲਾ।